सत श्री अकाल जी, तुसीं देख रहे हो लोकवाज टीवी ते मैं मनिंदरजीत सिद्धू। जिस तरीके असीं टाइटल लिखा है कि सरकार खुद ही कुदरती आक्सीजन फैक्ट्री नूं खत्म कर रही है, तो इहदा मकसद यही है, इत्थे दिखाउणा तुहानूं मकसद यही है कि असीं खड़े हैं इस वक्त फरीदकोट दी गन्ना मिल, जो कि इस वक्त बंद हो चुकी है सरकार दीआं नीतियां दे करके। क्योंकि ये सरकारी मिल सी, बड़े जगह दे उत्ते प्राइवेट जिहड़ियां ओह मिल्लां बन गईयां, जिस दे चलदिआं ਇਹਨੂੰ ਜਿਹੜਾ ਖੁੱਡੇ ਲੈਣ ਲਗਾ ਦਿੱਤਾ ਗਿਆ। ਪਰ ਹੁਣ ਇਹਦੇ ਫੈਕਟਰੀ ਬੰਦ ਦੇ ਨਾਲ ਇੱਥੇ ਲੱਗੇ ਹਜ਼ਾਰਾਂ ਦਰਖਤਾਂ ਨੂੰ ਪਿਛਲੇ 3 ਮਹੀਨੇ ਤੋਂ ਵੱਢਣ ਲੱਗੇ ਹੋਏ ਹੈ। ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਪਿਛਲੇ 3 ਮਹੀਨੇ ਤੋਂ ਇੱਥੇ ਲੱਗੇ ਹਜ਼ਾਰਾਂ ਦਰਖਤਾਂ ਨੂੰ ਵੱਢਣ ਤੇ ਸਰਕਾਰ ਲੱਗੀ ਹੋਈ ਹੈ, ਪਰ ਕਿਸੇ ਨੂੰ ਕੰਨੀ ਕੰਨ ਖਬਰ ਨਹੀਂ ਪੈਣ ਦਿੱਤੀ। ਇੱਕ ਪਾਸੇ ਜਿੱਥੇ ਕਰੋਨਾ ਮਹਾਮਾਰੀ ਦੇ ਚੱਲਦਿਆਂ पूरा देश पूरी दुनिया आक्सीजन नाल जूझ रही है, खास करके साडा भारत तां सब तो वध जूझ रहा है। उत्थे ही जिन्हां ने आक्सीजन बनाउणी है, साडे दरख्तां ने, साडे पेड़ पौदिਆਂ ने, उन्हां नूं तबाह करन ते साडी सरकार लगी हुई है। आ तुसीं देखो, तस्वीरां दिखाउणे आ कि दरख्तां नाल भरिया ट्राला जा रहा, दरख्त वढ के इत्थों जा रहा है, ਜਿਹੜਾ ਟਰਾਲਾ ਭਰਿਆ ਇੱਥੋਂ ਜਾ ਰਿਹਾ। ਤਾਂ ਇਹ ਬਿਆਨ ਕਰਦਾ ਹੈ ਇਹ ਸਰਕਾਰ ਦੇ ਉਹਨਾਂ ਦਾਅਵਿਆਂ ਨੂੰ, ਜਿੱਥੇ ਇੱਕ ਪਾਸੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਸਰਕਾਰਾਂ, ਇੱਕ ਪਾਸੇ ਮਗਰਮੱਛ ਦੇ ਹੰਝੂ ਵਹਾ ਰਹੀਆਂ ਸਰਕਾਰਾਂ ਕਿ ਅਸੀਂ ਪ੍ਰਬੰਧ ਕਰ ਰਹੇ ਹਾਂ ਜੀ, ਲੋਕ ਘਰਾਂ 'ਚ ਰਹਿਣ ਜੀ, ਵਿਪਤਾ ਬੜੀ ਹੈ, ਤਾਂ ਦੂਜੇ ਪਾਸੇ ਦਰਖਤ ਵੱਢੇ ਜਾ ਰਹੇ। ਤੁਹਾਨੂੰ ਤਸਵੀਰਾਂ ਦਿਖਾਉਣੇ ਆ ਦਰਖਤਾਂ ਦੀਆਂ। ਇਹ ਸ਼ੂਗਰ ਮਿੱਲ ਫਰੀਦਕੋਟ ਦੇ ਆ ਸਾਰਾ ਹਾਲ ਤੁਹਾਨੂੰ ਸਾਹਮਣੇ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦਰਖਤ ਇੱਥੋਂ ਵੱਢੇ ਜਾ ਚੁੱਕੇ ਆ, ਹਜ਼ਾਰਾਂ ਦਰਖਤ ਤਬਾਹ ਹੋ ਚੁੱਕੇ ਆ, ਹਜ਼ਾਰਾਂ ਦਰਖਤ ਹੈ ਜਿਹੜੇ ਉਹ ਇੱਥੋਂ ਕੱਟ ਲਏ ਗਏ ਆ। ਤਾਂ ਜਿੱਥੇ ਪੂਰੀ ਮਨੁੱਖਤਾ ਅੱਜ ਆਕਸੀਜਨ ਨਾਲ ਜੂਝ ਰਹੀ ਹੈ, ਉੱਥੇ ਹੀ ਸਰਕਾਰ ਹੀ ਦਰਖਤਾਂ ਨੂੰ ਕੱਟਣ ਤੇ ਲੱਗੀ ਹੋਈ ਹੈ। ਤਾਂ ਕਿੱਥੋਂ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਜੀ ਅਸੀਂ ਪ੍ਰਬੰਧ ਕਰ ਰਹੇ ਹਾਂ, ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣੀਆਂ, ਤੇ ਦੂਜੇ ਪਾਸੇ ਜਿਨ੍ਹਾਂ ਫੈਕਟਰੀਆਂ ਨੇ ਜਿਹੜੇ ਅਸੀਂ ਕੁਦਰਤੀ ਫੈਕਟਰੀ ਆ, ਦਰਖਤ ਹੈ ਜਿਹੜੀਆਂ ਆਕਸੀਜਨ ਬਣਾਉਣੀ ਆ, ਤੁਸੀਂ ਦੇਖੋ ਕਿ ਕਿੰਨੇ ਹਰੇ ਭਰੇ ਦਰਖਤ ਹੈ, ਇੱਥੇ ਹਰਿਆ ਭਰਿਆ ਮਾਹੌਲ ਹੈ ਇੱਥੇ। ਤੇ ਇਦੋਂ ਪਹਿਲਾਂ ਹਜ਼ਾਰਾਂ ਦਰਖਤ, 70% ਦਰਖਤ ਦੇ ਕਰੀਬ ਜਿਹੜੇ ਦਰਖਤ ਵੱਢ ਲਏ ਗਏ ਹੈ, ਤੇ ਇਸ ਤਰੀਕੇ ਦਾ ਮਾਹੌਲ ਸੀ। ਸਰਕਾਰ ਇਹਨੂੰ ਖਤਮ ਕਰਨ ਤੇ ਲੱਗੀ ਹੋਈ ਹੈ। ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਇਹ ਇਕੱਲੀ ਇਸ ਜਗ੍ਹਾ ਹੀ ਨਹੀਂ, ਸਾਰੇ ਜਗ੍ਹਾ ਦੇ ਉੱਤੇ ਆ ਸਾਹਮਣੇ ਵੀ ਤੁਹਾਨੂੰ ਦਿਖਾਉਣੇ ਆ ਕਿ ਇੱਥੇ ਵੀ ਜਿਹੜੇ ਆ ਸੈਂਕੜੇ ਦਰਖਤ ਸੀ ਜਿਹੜੇ ਕਿ ਵੱਢ ਲਏ ਗਏ ਆ। ਤਾਂ ਇਹ ਸਵਾਲ ਖੜਾ ਹੁੰਦਾ ਕਿ ਕੁਦਰਤ ਦਾ ਮਨੁੱਖ ਮਹਿਮਾਨ ਸੀ, ਕੁਦਰਤ ਦਾ ਮਨੁੱਖ ਜਿਹੜਾ ਉਹ ਇੱਥੇ ਆਇਆ ਇੱਕ ਅੰਗ ਸੀ, ਪਰ ਕੁਦਰਤ ਮਨੁੱਖ ਨੇ ਸਭ ਚੀਜ਼ ਤੇ ਆਪਣਾ ਕਬਜ਼ਾ ਮੰਨ ਲਿਆ। ਤੇ ਖਾਸ ਕਰਕੇ ਸਾਡੀਆਂ ਸਰਕਾਰਾਂ, ਤਸਵੀਰਾਂ ਤੁਸੀਂ ਦੇਖੋ ਕਿ ਇੱਥੇ ਜਿਹੜੇ ਦਰਖਤ ਸੀ ਉਹ ਸਾਰੇ ਕੱਟ ਲਏ ਗਏ ਆ। ਆਹ ਤਸਵੀਰਾਂ ਤੁਹਾਨੂੰ ਸਾਹਮਣੇ ਪਏ ਦਿਖਾਈ ਦੇਣਗੇ, ਇੱਧਰ ਵੀ ਤਸਵੀਰਾਂ ਦਿਖਾਉਣੇ ਆ। ਅੱਗੇ ਕੁਝ ਸਮਾਜ ਸੇਵੀ ਜਿਹੜੇ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹਿੰਦੇ ਆ ਇਹੋ ਜਿਹੀਆਂ ਨੀਤੀਆਂ ਦੇ ਖਿਲਾਫ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਆਹ ਤੁਸੀਂ ਤਸਵੀਰਾਂ ਦੇਖੋ ਕਿ ਇੱਕ ਪਾਸੇ ਜਿੱਥੇ ਅੱਜ ਪੂਰੀ ਮਨੁੱਖਤਾ ਆਕਸੀਜਨ ਲਈ ਤੜਫ ਰਹੀ ਹੈ, ਬੈੱਡਾਂ ਜਿਹੜੇ ਹਸਪਤਾਲਾਂ 'ਚ ਬੈੱਡ ਨਹੀਂ ਮਿਲ ਰਹੇ, ਆਕਸੀਜਨ ਦੇ ਸਿਲੰਡਰਾਂ ਦੀ ਬਲੈਕ ਹੋ ਰਹੀ ਹੈ, ਉੱਥੇ ਜਿੱਥੇ ਸਾਨੂੰ ਕੁਦਰਤ ਨੇ ਸਭ ਕੁਝ ਮੁਫਤ ਦੇ ਵਿੱਚ ਦਿੱਤਾ, ਆਕਸੀਜਨ ਜਿਹੜੀ ਹੁਣ ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਹਜ਼ਾਰਾਂ ਰੁਪਈਆਂ ਦੀ ਆਕਸੀਜਨ ਆ ਜਿਹੜਾ ਬਿੱਲ ਆਉਂਦਾ, ਤੇ ਦੂਜੇ ਪਾਸੇ ਸਾਨੂੰ ਕੁਦਰਤ ਇਹ ਸਭ ਕੁਝ ਮੁਫਤ ਦੇ ਵਿੱਚ ਦੇ ਰਹੀ ਹੈ। ਪਰ ਸਰਕਾਰ ਖੁਦ ਹੀ ਇਹਨਾਂ ਦਰਖਤਾਂ ਦਾ ਕਤਲ ਕਰਨ ਤੇ ਲੱਗੀ ਹੋਈ ਹੈ। ਦਰਖਤ ਜਿੱਥੇ ਸਾਨੂੰ ਗੁਰਬਾਣੀ ਇਹ ਕਹਿੰਦੀ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਜਿੱਥੇ ਸਾਡੀ ਧਰਤੀ ਨੂੰ ਮਾਤਾ, ਹਵਾ ਨੂੰ ਗੁਰੂ ਕਿਹਾ ਗਿਆ, ਉੱਥੇ ਹੀ ਇਹ ਸਭ ਕੁਝ ਵਾਪਰ ਰਿਹਾ। ਸਾਡੀ ਹਵਾ ਵੀ ਧੁੰਦਲੀ ਜਿਹੜੀ ਗੰਧਲੀ ਹੋਈ ਹੈ, ਸਾਡਾ ਪੌਣ ਪਾਣੀ ਗੰਧਲਾ ਹੋਇਆ, ਤਾਂ ਇਹਦਾ ਸਭ ਦੀ ਵਜ੍ਹਾ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ, ਮਨੁੱਖ ਦਾ ਇਹ ਸਭ ਵਰਤਾਰਾ, ਸਰਕਾਰਾਂ ਦਾ ਇਹ ਸਭ ਵਰਤਾਰਾ। ਜਿਹੜੀ ਜਾਣਕਾਰੀ ਮੁਤਾਬਕ ਪਿਛਲੇ 3 ਮਹੀਨਿਆਂ ਤੋਂ ਘੁਆੜਾ ਚੱਲਣ ਲੱਗਿਆ ਹੋਇਆ ਇਹਨਾਂ ਦਰਖਤਾਂ ਤੇ ਅੱਜ ਕਾਫੀ ਹੱਦ ਤੱਕ ਇੱਥੋਂ ਦਰਖਤ ਖਤਮ ਕਰ ਦਿੱਤੇ ਗਏ ਆ। ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਸਿੰਘ ਚੰਦਬਾਜਾ, ਜੋ ਕਿ ਭਾਈ ਕਨ੍ਹਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਚਲਾਉਂਦੇ ਆ। ਨਾਲ ਹੀ ਉਹ ਜਿਹੜਾ ਵਾਤਾਵਰਨ ਤੇ ਹੋਰ ਮੁੱਦਿਆਂ ਦੇ ਉੱਤੇ ਵੀ ਸਦਾ ਹੀ ਆਵਾਜ਼ ਚੁੱਕਦੇ ਰਹੇ ਆ। ਚੰਦਬਾਜਾ ਜੀ, ਕਿਵੇਂ ਦੇਖਦੇ ਹੋ ਸਾਰੇ ਕਾਸੇ ਨੂੰ? ਦੇਖੋ ਜੀ, ਅੱਜ ਸਵੇਰ ਸਾਨੂੰ ਪਤਾ ਲੱਗਾ ਸੀਗਾ ਵੀ ਸ਼ੂਗਰ ਮਿਲ ਜਿਹੜੀ ਫਰੀਦਕੋਟ ਆ ਬੜੇ ਚਿਰ ਦੀ ਬੰਦ ਪਈ ਆ। ਜਿਹੜੇ ਬੜੇ 30 35 ਸਾਲ ਦੇ ਜਿਹੜੇ ਆ ਦਰਖਤ ਵੇਖੋ, ਅੰਬ, ਜਾਮਣ, ਹੈ ਨਾ, ਨਿੰਮਾਂ, ਹੋਰ ਕਿੰਨੇ ਦਰਖਤ ਸੀਗੇ, ਤੇ ਇਹਨਾਂ ਦਰਖਤਾਂ ਨੂੰ ਭਰ ਕੇ ਟਰਾਲੀਆਂ ਪੱਟ ਕੇ ਲੈ ਕੇ ਜਾ ਰਿਹਾ। ਅੱਜ ਕਰੋਨਾ ਦੇ ਵਿੱਚ ਸਰਕਾਰਾਂ ਰੌਲਾ ਪਾਉਂਦੀਆਂ, ਸਾਡੇ ਨਾਗਰਿਕ ਰੌਲਾ ਪਾਉਂਦੇ ਆ ਵੀ ਆਕਸੀਜਨ ਦੀ ਘਾਟ ਆ, ਰੁੱਖ ਲਾਈਏ। ਜਿਹੜੇ ਸਾਡੇ ਏਡੇ ਵੱਡੇ ਰੁੱਖ ਉਸ ਸਮੇਂ ਲਾਏ ਹੋਣਗੇ ਤੇ ਅੱਜ ਕਿੰਨੀ ਆਕਸੀਜਨ ਦਿੰਦੇ ਆ, ਕਿੰਨਾ ਵਾਤਾਵਰਨ ਨੂੰ ਸਾਡੇ ਨੂੰ ਸ਼ੁੱਧ ਰੱਖਦੇ ਆ, ਤੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ।
ਜਦੋਂ ਅਸੀਂ ਤੜਕੇ ਇਸ ਪੋਸਟ ਨੂੰ ਵਾਇਰਲ ਕੀਤਾ ਤੇ ਜਿਹੜੀਆਂ ਸਾਡੀਆਂ ਵਾਤਾਵਰਣ ਤੇ ਕੰਮ ਕਰਦਾ ਜਿਵੇਂ ਸਾਡੀ ਸੀਰ ਸੰਸਥਾ ਫਰੀਦਕੋਟ ਦੀ ਹੋਰ ਜਿਹੜੇ ਮਤਲਬ ਵਾਤਾਵਰਣ ਪ੍ਰੇਮੀ ਲੋਕ ਆ ਉਹ ਤੜਕੇ ਉੱਠ ਕੇ ਆਏ। ਪਰ ਇੱਥੇ ਹੈਰਾਨੀ ਇਸ ਗੱਲ ਦੀ ਹੋਈ ਵੀ ਜਿਹੜਾ ਇਹ ਕੰਮ ਚੱਲ ਰਿਹਾ 3 ਮਹੀਨੇ ਦਾ ਚੱਲ ਰਿਹਾ, ਸਾਨੂੰ ਪਤਾ ਹੀ ਨਹੀਂ ਲੱਗਾਗਾ। ਪਤਾ ਹੀ ਨਹੀਂ ਲੱਗਾ। ਠੀਕ ਆ ਵੀ ਸਰਕਾਰਾਂ ਇੱਕ ਪਾਸੇ ਕਹਿੰਦੀਆਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਤੇ ਆਪਾਂ 550 ਰੁੱਖ ਲਾਓ, ਹਰ ਪਿੰਡ 'ਚ ਲਾਓ, ਪਰ ਉਹ ਪਤਾ ਨਹੀਂ ਹੋਣੇ ਕਿ ਨਹੀਂ ਹੋਣੇ। ਸਾਡੇ ਸੜਕਾਂ ਤੇ ਸਰਕਾਰਾਂ ਦੇ ਵਿਕਾਸ ਨੇ ਉਹ ਵੀ ਪੱਟੇ। ਅੱਜ ਆ ਦੇਖੋ ਨਿਗਾਹ ਮਾਰੋ, 4 ਚੁਫੇਰੇ ਜਿਹੜੇ ਜੰਗਲ ਟਾਈਪ ਸਾਡੇ ਦਰਖਤ ਸੀਗੇ ਇਹ ਪੱਟੇ ਜਾ ਰਹੇ ਆ, ਪੱਟੇ ਗਏ ਆ ਦੇਖੋ ਕਿਵੇਂ ਕਿਹੜੇ ਕਿਹੜੇ ਵੱਡੇ ਦਰਖਤ ਸੀਗੇ। ਦੂਜੇ ਪਾਸੇ ਸਾਡੇ ਨਾਗਰਿਕਾਂ ਨੇ ਜਿਹੜੇ ਕੱਸੀਆਂ ਨਹਿਰਾਂ ਦੇ ਖੜੇ ਸੀ ਉਹ ਅਸੀਂ ਵਿਕਾਸ ਦੀ ਭੇਟ ਚੜਾਤੇ ਆ, ਵੱਢ ਵੱਢ ਕੇ ਪਿੰਡਾਂ ਵਾਲੇ ਲੋਕਾਂ ਨੇ, ਸਾਡੇ ਭਰਾਵਾਂ ਨੇ। ਪਰ ਅੱਜ ਪੰਜਾਬ ਦੀ ਜਿਹੜੀ ਧਰਤੀ ਆ, ਵਾਤਾਵਰਨ ਜਿਹੜਾ ਆਪਾਂ ਨੂੰ ਪਤਾ ਹੀ ਵੀ ਪਾਣੀ ਤੇ ਹਵਾ ਸਾਡੀ ਕਿਹੋ ਜਿਹੀ ਹੋ ਗਈ ਆ, ਤੇ ਸਰਕਾਰਾਂ ਅੱਖਾਂ ਮੀਚ ਕੇ ਪੈਸੇ ਦੇ ਲਾਲਚ ਦੇ ਵਿੱਚ ਵੀ ਇੱਕ ਵਿਕਾਸ, ਇਹਨੂੰ ਵਿਕਾਸ ਕਹਿਣਗੇ ਜੇ ਇੱਥੇ ਕੱਲ ਨੂੰ ਕਲੋਨੀ ਬਣ ਗਈ, ਪਰ ਜੇ ਇੱਥੇ ਰਹਿਣ ਵਾਲੇ ਲੋਕ ਹੀ ਨਾ ਬਚੇ ਤੇ ਅਜੇ ਵਿਕਾਸ ਨੂੰ ਕਰਨਾ ਕੀ ਆ। ਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ, ਫਰੀਦਕੋਟ ਦੇ ਨਾਗਰਿਕ, ਵੀ ਜਿਹੜੇ ਦਰਖਤ ਇਹਨਾਂ ਨੂੰ ਇੱਥੇ ਹੀ ਕੰਮ ਰੋਕਿਆ ਜਾਵੇ। ਮੈਂ ਅੱਜ NGT ਦੇ ਚੇਅਰਮੈਨ ਸਾਹਿਬ ਨੂੰ ਵੀ ਮੇਲ ਕਰਤੀ ਆ, ਮੁੱਖ ਮੰਤਰੀ ਸਾਹਿਬ ਨੂੰ ਕਰਤੀ ਆ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਜਿਹੜੇ ਵਣ ਵਿਭਾਗ ਦੇ ਮੰਤਰੀ ਆ ਉਹਨਾਂ ਨੂੰ ਵੀ ਕਰਤੀ ਆ। ਜੇ ਲੋੜ ਪਈ ਸੋਮਵਾਰ ਫਿਰ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਇਸ ਕੰਮ ਨੂੰ ਰੋਕਣ ਵਾਸਤੇ, ਕਿਉਂਕਿ ਸਾਡੇ ਬੱਚਿਆਂ ਦਾ ਭਵਿੱਖ ਆ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੀ ਇਹਨਾਂ ਰੁੱਖਾਂ ਨੂੰ ਬਚਾਉਣ ਦੇ ਲਈ ਉਪਰਾਲਾ ਕਰਨਾ ਚਾਹੀਦਾ। ਕਿੰਨੇ ਦਰਖਤ ਇਹ ਤੋਂ ਪਹਿਲਾਂ ਵੱਢ ਲਏ ਗਏ ਆ ਚੰਦਬਾਜਾ ਸਾਹਿਬ, ਤੁਹਾਡੇ ਅੰਦਾਜ਼ੇ ਮੁਤਾਬਕ ਕੋਈ ਪਤਾ ਲੱਗਿਆ ਇੱਥੋਂ ਵੀ ਕਿੰਨੇ % ਦਰਖਤਾਂ ਦੀ ਕਟਾਈ ਹੋ ਚੁੱਕੀ ਹੈ? ਨਹੀਂ, ਇਸ ਬਾਰੇ ਕਿੰਨੀ ਕਟਾਈ ਹੋ ਗਈ ਹੈ ਇਹ ਨਹੀਂ ਪਤਾ, ਕਿਉਂਕਿ 3 ਮਹੀਨੇ ਦਾ ਕੰਮ ਚੱਲਦਾ ਹੁਣ। ਇਹ 2000 ਤੇ ਮੇਰੇ ਖਿਆਲ 57 ਦਰਖਤਾਂ ਦਾ ਠੇਕਾ ਹੋਇਆ। ਅੱਛਾ ਜੀ। ਲਗਭਗ 67 ਲੱਖ ਦੇ ਵਿੱਚ ਦੱਸ ਰਹੇ ਆ, ਬਾਕੀ ਸੋਮਵਾਰ ਪਤਾ ਲੱਗ ਜੂਗਾ, ਮਤਲਬ ਜਦੋਂ ਅਧਿਕਾਰੀਆਂ ਨੂੰ ਮਿਲੇ। ਹਾਂਜੀ। ਤੇ 2057 ਦਰਖਤ ਤੇ 2000 ਨਹੀਂ, ਤੁਸੀਂ ਜਿਹੜੇ ਅੱਜ ਦਰਖਤ ਸਰਕਾਰ ਲਵਾ ਰਹੀ ਹੈ ਉਹਦੇ ਹਜ਼ਾਰ ਦੇ ਮੁਕਾਬਲੇ ਚ ਇੱਕ ਦਰਖਤ ਆ ਇਹ। ਤੁਸੀਂ ਹੁਣ ਆਹ ਦੇਖੋ ਕਿਵੇਂ ਉਹਨਾਂ ਦੀ ਹਰਿਆਲੀ ਚਮਕਦੀ ਆ ਰੁੱਖਾਂ ਦੀ। ਠੀਕ ਆ ਜੀ। ਇਸ ਕਰਕੇ ਸਰਕਾਰਾਂ ਤੇ ਅਖੌਤੀ ਵਿਕਾਸ ਦੇ ਨਾਂ ਤੇ ਸਾਨੂੰ ਤਬਾਹ ਕਰਨ ਤੇ ਤੁਰੀਆਂ, ਸਾਡੇ ਲੋਕਾਂ ਨੂੰ ਇਕੱਠੇ ਹੋ ਕੇ ਇਹਨਾਂ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਆ। ਅਸੀਂ ਦੇਖਦੇ ਹਾਂ ਕਿ ਹਸਪਤਾਲਾਂ ਦੇ ਵਿੱਚ ਆਕਸੀਜਨ ਨੂੰ ਲੋਕ ਤਰਸ ਰਹੇ ਆ ਤੇ ਇੱਕ ਦਿਨ ਦਾ ਬਿੱਲ ਕਈ ਹਜ਼ਾਰ ਰੁਪਏ ਆਕਸੀਜਨ ਦਾ, ਤੇ ਸਾਨੂੰ ਇਹ ਸਭ ਕੁਝ ਮੁਫਤ 'ਚ ਦੇ ਰਹੇ ਆ। ਫਿਰ ਵੀ ਸਾਡੀਆਂ ਸਰਕਾਰਾਂ ਇੱਕ ਪਾਸੇ ਤਾਂ ਸਾਨੂੰ ਕਹਿ ਰਹੀਆਂ ਸਾਵਧਾਨ ਰਹੋ ਜੀ, ਸਾਡੇ ਚਲਾਨ ਕੱਟ ਦਿੱਤੇ ਜਾਂਦੇ, ਤੁਸੀਂ ਕਰੋਨਾ ਨਾ ਫੈਲਾਓ। ਦੂਜੇ ਪਾਸੇ ਜਿਨ੍ਹਾਂ ਚੀਜ਼ਾਂ ਨੇ ਇਹ ਬਿਮਾਰੀਆਂ ਨੂੰ ਰੋਕਣਾ ਉਹਨਾਂ ਦਰਖਤਾਂ ਨੂੰ ਤਬਾਹ ਕਰਨ ਦੇ ਤੁਲੀਆਂ। ਬਿਲਕੁਲ ਜੀ। ਦੇਖੋ ਗੱਲ ਇਹ ਆ ਵੀ ਹੁਣ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ, ਚੰਡੀਗੜ੍ਹ ਇੰਨਾ ਦਰਖਤ ਲੱਗਾ ਕਿਉਂਕਿ ਜੇ ਉੱਥੇ ਮੰਤਰੀਆਂ ਨੇ ਰਹਿਣਾ, IAS ਨੇ ਰਹਿਣਾ, PCS ਰਹਿਣਾ, ਉੱਥੇ ਵਾਤਾਵਰਨ ਆਪਦਾ ਕਿਹੋ ਜਿਹਾ ਕੀਤਾ, ਉੱਥੇ ਕਿਸੇ ਰੁੱਖ ਨੂੰ ਹੱਥ ਨਹੀਂ ਲਾਉਣ ਦੇ। ਤੇ ਜੇ ਸਾਡੇ ਵਰਗੇ ਨਿੱਕੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੰਗਲ ਟਾਈਪ ਕੋਈ ਮਤਲਬ ਕਿਸੇ ਕਾਰਨ ਕਰਕੇ ਦੁਖਾਂਤ ਹੈ, ਪਹਿਲਾਂ ਤਾਂ ਸਾਡਾ ਰੁਜ਼ਗਾਰ ਖੋਇਆ ਗਿਆ, ਮਿੱਲ ਬੰਦ ਹੋ ਗਈ। ਤੇ ਕਿੰਨਾ ਮਤਲਬ ਜਿਹੜਾ ਸਾਡੇ ਧਰਤੀ ਹੇਠਲੇ ਪਾਣੀ ਦੀ ਗੱਲ ਕਰਦੇ ਆ, ਜਦੋਂ ਝੋਨਾ ਉਸ ਤੋਂ ਬਾਅਦ ਆਇਆ, ਪਹਿਲਾਂ ਗੰਨਾ ਹੁੰਦਾ ਸੀ ਸਾਰੇ ਏਰੀਏ ਦੀ, ਨਾਲੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਸੀ, ਨਾਲੇ ਵਿਭਿੰਨਤਾ ਸੀ ਫਸਲ ਦੀ। ਜੇ ਮਿੱਲ ਬੰਦ ਵੀ ਹੋ ਗਈ, ਵਿਹਲਾ ਥਾਂ ਪਿਆ, ਤੁਸੀਂ ਉੱਥੇ ਕਲੋਨੀਆਂ ਕੱਟ ਲਓ। ਘੱਟੋ ਘੱਟਾ ਰੁੱਖ ਤਾਂ ਤੁਸੀਂ ਖੜੇ ਰਹਿਣ ਦੇ। ਜੰਗਲ ਟਾਈਪ ਹੁਣ ਮੱਤੇਵਾੜੇ ਦਾ ਜੰਗਲ ਪਹਿਲਾਂ ਤਬਾਹ ਕਰਨ ਲੱਗੀ ਹੈ ਸਰਕਾਰ। ਠੀਕ ਆ ਜੀ। ਦਰਿਆਵਾਂ ਦੇ ਜਿਹੜੇ ਪਾਣੀ ਆ ਉਹ ਇੰਡਸਟਰੀ ਨੇ ਪਾ ਕੇ ਜ਼ਹਿਰਾਂ ਉਹ ਜ਼ਹਿਰੀਲੇ ਕਰਤੇ, ਨਹਿਰਾਂ 'ਚ ਪਾਣੀ ਜ਼ਹਿਰੀਲਾ, ਰੁੱਖ ਪੱਟਦੇ ਜਿਹੜੀ ਸਾਫ਼ ਹਵਾ ਆਉਂਦੀ ਆ ਸ਼ਹਿਰ ਵਾਸੀਆਂ ਨੂੰ ਉਹ ਵੀ ਖਤਮ। ਤੇ ਇਸ ਕਰਕੇ ਇਕੱਲਾ ਪੈਸਾ ਹੀ ਨਹੀਂ, ਅੱਜ ਪੈਸਾ ਕੁਝ ਨਹੀਂ ਕਰ ਰਿਹਾ। ਕਰੋਨਾ ਦੇ ਵਿੱਚ ਲੋਕ ਪੰਡਾਂ ਦੀਆਂ ਪੰਡ ਨੋਟਾਂ ਦੇ ਲੈ ਕੇ ਤੁਰੇ ਫਿਰਦੇ ਵੀ ਆਕਸੀਜਨ ਮਿਲ ਜੇ, ਤੇ ਲੋਕਾਂ ਨੂੰ ਬੈੱਡ ਤੇ ਆਕਸੀਜਨ ਨਹੀਂ ਮਿਲਦਾ। ਪੈਸੇ ਨੂੰ ਕੀ ਕਰੋਗੇ ਜੇ ਤੁਹਾਡੇ ਕੋਲ ਸ਼ੁੱਧ ਵਾਤਾਵਰਨ ਤੇ ਤੁਹਾਡੇ ਕੋਲ ਤੰਦਰੁਸਤ ਜੀਵਨ ਨਾ ਹੋਇਆ। ਇਹ ਚਾਹੇ ਇੱਕ ਸਾਡਾ ਬੱਚਾ ਆਪਦਾ ਬੱਚਾ ਹੋਵੇ ਤੇ ਚਾਹੇ ਇੱਕ ਦਰਖਤ ਹੋਵੇ, ਇਹਨੂੰ ਪਾਲਣ ਤੇ ਬੜਾ ਸਮਾਂ ਲੱਗ ਜਾਂਦਾ ਤੇ ਕੱਟਣ ਤੇ ਤਾਂ ਸਿਰਫ 10 ਮਿੰਟ ਲੱਗਦੇ ਆ। ਕੀ ਲੱਗਦਾ ਸਰਕਾਰਾਂ ਕੀ ਪਾਲਿਸੀਆਂ ਲੈ ਕੇ ਆਉਂਦੀਆਂ, ਇੱਥੇ ਕੀ ਕਲੋਨੀ ਬਣ ਕੇ ਉਹ ਫਾਇਦਾ ਦੇ ਦੂਗੀ ਜਿਹੜਾ ਦਰਖਤਾਂ ਨੇ ਦੇਣਾ ਸੀ? ਦੇਖੋ ਜੀ, ਜਿਹੜਾ ਪਿਛਲੇ ਸਮੇਂ ਦੌਰਾਨ ਵੀ ਜਿਹੜੀਆਂ ਕਲੋਨੀਆਂ ਕੱਟੀਆਂ ਉਹ ਵੀ ਤਬਾਹੀ ਦੇ ਕੰਢੇ ਤੇ ਗਈਆਂ, ਉਹ ਜਮਾਂ ਘੱਟ 'ਚ ਗਈਆਂ। ਉਹਨਾਂ ਕਲੋਨੀਆਂ ਨੂੰ ਵੀ ਡਿਵੈਲਪ ਕਰ ਲੈਣਾ। ਇਹ ਜੰਗਲ ਰੂਪੀ ਜਿਹੜਾ ਇੱਥੇ ਸੀਗਾ ਏਡਾ ਵਧੀਆ ਵਾਤਾਵਰਨ, ਤੁਸੀਂ ਅੰਬ ਦੇਖ ਰਹੇ ਹੋ, ਨਿੰਮ ਦੇਖ ਰਹੇ ਹੋ, ਤੂਤ ਦੇਖ ਰਹੇ ਹੋ, ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਡੇ ਇੱਥੇ ਲੱਗੇ ਹੋਏ ਰਵਾਇਤੀ ਰੁੱਖ ਵੀ ਲੱਗੇ ਹੋਏ ਆ, ਤੇ ਟਾਹਲੀਆਂ ਹੈਗੀਆਂ। ਠੀਕ ਆ ਜੀ। ਤੇ ਮਤਲਬ ਸਮਝ ਹੀ ਨਹੀਂ ਆ ਰਿਹਾ ਵੀ ਸਰਕਾਰਾਂ ਕਰ ਕੀ ਰਹੀਆਂ ਤੇ ਕਰਨਾ ਕੀ ਚਾਹੁੰਦੀਆਂ। ਫਿਰ ਇਹ ਜੇ ਮੰਨ ਲਓ ਅਸੀਂ ਜ਼ਿੰਦਗੀ ਨਹੀਂ ਤੰਦਰੁਸਤ ਰਹੀ ਤੇ ਪੈਸੇ ਨੂੰ ਚੱਕ ਕੇ ਤੁਰੇ ਫਿਰਿਓ, ਖਾ ਲਿਓ ਪੈਸੇ ਨੂੰ, ਤੇ ਮੁੜ ਕੇ ਮੌਤ ਦੇ ਮੂੰਹ 'ਚ ਵੀ ਜਾਂਦੇ ਆ, ਤੇ ਫਿਰ ਕਹਿੰਦੇ ਰੱਬ ਦਾ ਕਸੂਰ ਆ, ਤੇ ਰੱਬ ਭਾਂਡਾ ਅਸੀਂ ਰੱਬ ਦੇ ਭਾਂਡੇ ਨੇ, ਗਲਤੀਆਂ ਅਸੀਂ ਆਪ ਕਰ ਰਹੇ ਹਾਂ। ਮਨੁੱਖ ਧਰਤੀ ਦੇ ਉੱਤੇ ਮਹਿਮਾਨ ਬਣ ਕੇ ਆਇਆ ਸੀ, ਮਾਲਕ ਬਣ ਕੇ ਬਹਿ ਗਿਆ, ਤੇ ਉਹ ਮਾਲਕ ਦਾ ਨਤੀਜਾ ਹੀ ਅੱਜ ਸਾਡੀਆਂ ਸਾਰੀਆਂ ਨੇ ਬਿਮਾਰੀਆਂ। ਤੇ ਹੁਣ ਲਗਾਤਾਰ ਅਸੀਂ ਦੇਖਦੇ ਹਾਂ ਕਿ ਸੜਕਾਂ ਚਾਹੇ ਵੱਡੀਆਂ, ਤੁਸੀਂ ਸੜਕਾਂ ਦੀ ਗੱਲ ਕੀਤੀ ਹੈ, ਉਹ ਜੇ ਸਰਕਾਰ ਚਾਹੁੰਦੀ ਤਾਂ ਇੱਕ ਪਾਸਾ ਅਕਵਾਇਰ ਕਰਕੇ ਇੱਕ ਪਾਸੇ ਦਰਖਤ ਛੱਡੇ ਜਾ ਸਕਦੇ ਸੀ, ਉਹ ਵੀ ਨਹੀਂ ਛੱਡੇ। ਇੱਕ ਦਰਖਤ ਨੂੰ ਪੜਨ ਤੇ ਵੀ 15-15 ਸਾਲ ਲੱਗ ਜਾਂਦੇ ਆ, ਉਹ ਸਾਰੇ ਤਬਾਹ ਕਰਤੇ। ਹੁਣ ਆਹ ਤਬਾਹੀ ਦੇਖੋ ਜੀ, ਸਾਡੇ ਜਿਹੜਾ ਖੂਨ ਦੇ ਵਿੱਚ ਕਰਪਸ਼ਨ ਦੀ ਵਿੱਚ ਜੀਨ ਆ ਗਏ ਨਾ,
ਹਰ ਥਾਂ ਤੋਂ ਬੰਦਾ ਸੋਚਦਾ ਜਿਹੜੀ ਅਫਸਰਸ਼ਾਹੀ ਉੱਤੇ ਬੈਠੀ ਹੈ ਜੀ, ਇਹ ਰੁੱਖ ਪੱਟੇ ਜਾਣਗੇ ਇੱਥੋਂ ਵੀ ਪੈਸਾ ਖਾਵਾਂਗੇ, ਜੇ ਦੁਬਾਰਾ ਰੁੱਖ ਲਾਵਾਂਗੇ ਉੱਥੋਂ ਵੀ ਪੈਸਾ ਖਾਵਾਂਗੇ। ਗੱਲ ਹੈਗੀ ਆ ਭ੍ਰਿਸ਼ਟਾਚਾਰ ਦੀ, ਕਰਪਸ਼ਨ ਦੀ। ਜਿੱਦਾਂ ਨੀਤ ਸਾਫ਼ ਹੋ ਗਈ, ਕਿਉਂਕਿ ਜਿਹੜੇ ਵੱਡੇ ਅਧਿਕਾਰੀ ਆ ਜਾਂ ਰਾਜਨੇਤਾ ਲੋਕ ਆ, ਬੱਚਿਆਂ ਨੂੰ ਆਪਦੇ ਨੂੰ ਬਾਹਰ ਕੱਢ ਰਿਹਾ, ਇੱਥੇ ਮਾਰ ਰਿਹਾ ਕਿਰਤੀ ਬੰਦਾ, ਤੇ ਇਹ ਕਹਿੰਦੇ ਵੀ ਪੈਸਾ ਲੁੱਟ ਕੇ ਲੈ ਜਾਓ। ਅੰਗਰੇਜ਼ ਤਾਂ ਆਏ ਸੀ ਨਾ, ਕਹਿੰਦੇ ਗੋਰੇ ਅੰਗਰੇਜ਼ ਆ ਗਏ, ਇਹ ਕਾਲੇ ਅੰਗਰੇਜ਼ਾਂ ਨੇ ਉਦੋਂ ਵੱਧ ਦੇਸ਼ ਨੂੰ ਲੁੱਟਿਆ, ਤਬਾਹ ਕੀਤਾ, ਪੱਲੇ ਹੀ ਕੱਖ ਨਹੀਂ ਛੱਡਿਆ ਸਾਡੇ ਸਿਸਟਮ ਦੇ, ਸਾਰਾ ਦੇਸ਼ ਵਿਕਾਊ ਕਰਤਾ। ਤੇ ਇਹੀ ਇਹਦੇ ਕਾਰਨ ਆ ਵੀ ਸਾਡੀ ਭ੍ਰਿਸ਼ਟ ਅਫਸਰਸ਼ਾਹੀ ਕਰਕੇ ਇਹ ਸਾਰੇ ਸਾਨੂੰ ਆ ਜਿਹੜੀਆਂ ਚੀਜ਼ਾਂ ਚੱਲਣੀਆਂ ਪੈ ਰਹੀਆਂ। ਤੁਸੀਂ ਗੱਲ ਕੀਤੀ 550 ਸਾਲਾ ਦਿਵਸ ਤੇ, ਅਸੀਂ ਉਹਨਾਂ ਦੀ ਧਰਤੀ ਤੇ ਖੜੇ ਆ ਜਿਨ੍ਹਾਂ ਦਾ 550 ਸਾਲਾ ਦਿਵਸ ਮਨਾਇਆ ਗਿਆ, ਤੇ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਨਾ ਸਾਡਾ ਪਵਨ ਸ਼ੁੱਧ ਰਹੀ ਹੈ, ਨਾ ਸਾਡਾ ਪਾਣੀ ਸ਼ੁੱਧ ਰਿਹਾ, ਤੇ ਧਰਤੀ ਦੇ ਵਿੱਚ ਵੀ ਅਸੀਂ ਜ਼ਹਿਰਾਂ ਪਾਤੀਆਂ। ਬਿਲਕੁਲ ਜੀ, ਆਪਾਂ ਪਿਛਲੇ ਲੰਮੇ ਸਮੇਂ ਤੋਂ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਨਰੋਆ ਪੰਜਾਬ ਮੰਚ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਾਤਾਵਰਨ ਪ੍ਰੇਮੀ ਜਿਸ ਤਰੀਕੇ ਨਾਲ ਤਨ ਮਨ ਧਨ ਲਾ ਕੇ ਆਪਦਾ ਸੇਵਾ ਨਿਭਾ ਰਹੇ ਆ, ਉਹਨਾਂ ਦਾ ਹੁਣ ਮਨ ਦੁਖਦਾ। ਸਾਡੀ ਸੀਰ ਸੰਸਥਾ ਫਰੀਦਕੋਟ ਦੀ, ਉਹ ਡੇਲੀ ਬੂਟੇ ਲਾਉਂਦੀ ਆ, ਪਾਲਦੀ ਆ, ਸੰਭਾਲਦੀ ਆ। ਉਹਨਾਂ ਨੇ ਸ਼ਹਿਰ 'ਚ 2000 ਬੂਟਾ ਪਤਾ ਨਹੀਂ ਆਪਦੀ ਜ਼ਿੰਦਗੀ 10 ਸਾਲਾਂ 5 'ਚ ਕੀਤਾ ਹੋਊਗਾ। ਤੇ ਜਦੋਂ ਆਹ ਮਾਹੌਲ ਦੇਖਦੇ ਆ ਤੇ ਫਿਰ ਬੰਦੇ ਦਾ ਹੌਸਲਾ ਹੀ ਨਹੀਂ ਪੈਣਾਗਾ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰੀਏ, ਵੀ ਅਸੀਂ ਸੁਬਾਹ ਸ਼ਾਮ ਜਾ ਕੇ ਸੇਵਾ ਕਰੀਏ ਵਾਤਾਵਰਨ ਬਚਾਉਣ ਦੀ। ਤੇ ਸਰਕਾਰਾਂ ਸਾਡੀਆਂ ਇੱਕ ਚੁਟਕੀ ਦੇ ਨਾਲ ਸਾਡੇ ਜਿਹੜਾ ਪਹਾੜ ਬਣਾਏ ਹੁੰਦੇ ਆ ਮਿਹਨਤ ਕਰਕੇ, ਉਹ ਢਹਿ ਢੇਰੀ ਕਰ ਦਿੰਦੀਆਂ। ਤੇ ਇਸ ਕਰਕੇ ਸਰਕਾਰਾਂ ਨੂੰ ਇਹ ਤੇ ਤੁਰੰਤ ਜਿੰਨੇ ਪੱਟੇ ਗਏ ਠੀਕ ਆ, ਜਿਹੜੇ ਖੜੇ ਆ ਇਹਨਾਂ ਨੂੰ ਇੱਥੇ ਹੀ ਰੋਕਣਾ ਚਾਹੀਦਾ। ਤੇ ਕੋਸ਼ਿਸ਼ ਕਰਦੇ ਆ ਜਿੰਨੇ ਵੀ ਪੰਜਾਬ ਦੇ ਵਾਤਾਵਰਨ ਪ੍ਰੇਮੀ ਲੋਕ ਨੇ, ਮਨੁੱਖਤਾ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ, ਆਓ ਵੀ ਇਸ ਜ਼ੁਲਮ ਦੇ ਖਿਲਾਫ ਜਿਹੜਾ ਘੁਆੜਾ ਚੱਲ ਰਿਹਾ, ਰੁੱਖਾਂ ਦੇ ਕਤਲ ਹੋ ਰਿਹਾ, ਇਹਨੂੰ ਬਚਾਉਣ ਦੇ ਲਈ ਆਪਾਂ ਰਲ ਕੇ ਉਪਰਾਲਾ ਕਰੀਏ ਜੀ, ਰਲ ਕੇ ਉਪਰਾਲਾ ਕਰੀਏ। ਤਾਂ ਚੰਦਬਾਜਾ ਜੀ, ਗੁਰਪ੍ਰੀਤ ਸਿੰਘ ਚੰਦਬਾਜਾ, ਜੋ ਲੰਮੇ ਸਮੇਂ ਤੇ ਵਾਤਾਵਰਨ ਤੇ ਕੰਮ ਕਰਦੇ ਆ, ਕੈਂਸਰ ਰੋਕੂ ਸੇਵਾ ਸੁਸਾਇਟੀ ਹੈ, ਉਹ ਲਗਾ। ਹੁਣ ਤੁਹਾਨੂੰ ਉਹ ਤਸਵੀਰਾਂ ਦਿਖਾਉਣੇ ਆ ਤੁਸੀਂ ਦੇਖੋ ਕਿ ਇੱਕ ਕਹਿ ਕੇ ਭਾਈ ਵੇ ਆਰੇ ਵਾਲਿਆ ਵੇ ਨਾ ਚੀਰ ਦਰਖਤਾਂ ਨੂੰ, ਤਾਂ ਤੁਸੀਂ ਦੇਖੋ ਜਿਹੜਾ ਦਰਖਤਾਂ ਤੇ ਆਰੇ ਚੱਲੇ ਆ, ਕੁਹਾੜੇ ਚੱਲੇ ਆ। ਆਹ ਦੇਖੋ, ਇੱਕ ਦਰਖਤ ਪਾਲਣ ਤੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਹੈ ਕਿ ਘੱਟੋ ਘੱਟ 15 ਤੋਂ 20 ਸਾਲ ਲੱਗ ਜਾਂਦੇ ਇੱਕ ਦਰਖਤ ਨੂੰ ਪੂਰਾ ਰੂਪ ਧਾਰਨ ਦੇ ਕਰਨ ਦੇ ਵਿੱਚ, ਤੇ ਕੱਟਣ ਤੇ ਤਾਂ ਕੁਝ ਜਿਹੜੇ ਆ ਮਿੰਟ ਹੀ ਕਾਫੀ ਹੈ। ਤਾਂ ਤਸਵੀਰਾਂ ਤੁਸੀਂ ਸਾਰੀਆਂ ਦੇਖਦੇ ਆ। ਹੋਰ ਵੀ ਗੱਲਬਾਤ ਅੱਗੇ ਜਾ ਕੇ ਕਰਦੇ ਆ ਅਸੀਂ ਕੁਝ ਲੋਕਾਂ ਦੇ ਨਾਲ ਜਿਹੜੇ ਫਰੀਦਕੋਟ ਦੇ ਵਾਸੀ ਹੈ, ਉਹਨਾਂ ਤੋਂ ਵੀ ਗੱਲ ਜਾਣਕਾਰੀ ਲੈਂਦੇ ਆ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਇਹ ਤਬਾਹੀ ਦਾ ਮੰਜ਼ਰ ਚੱਲ ਰਿਹਾ। ਤਬਾਹੀ ਦਾ ਮੰਜ਼ਰ ਹੀ ਆ। ਸਾਨੂੰ ਬੇਸ਼ੱਕ ਲੱਗਦਾ ਹੋਵੇ ਕਿ ਇਹਨਾਂ ਦਰਖਤਾਂ ਦੇ ਨਾਲ ਯਾਰ ਕੀ ਫਰਕ ਪੈਂਦਾ, ਅਸੀਂ ਹੋਰ ਜਿਹੜੇ ਆ ਉਹ ਦਰਖਤ ਲਾਉਂਦੀ ਆ ਸਰਕਾਰ ਪਾਸੇ, ਪਰ ਦਰਖਤਾਂ ਦੇ ਜਿਹੜਾ 25-25 ਸਾਲ ਦਾ 30-30 ਸਾਲ ਦਾ ਦਰਖਤ ਹੈ, ਉਹਦਾ ਇੱਕਦਮ ਕੱਟਿਆ ਜਾਣਾ ਕਿਤੇ ਨਾ ਕਿਤੇ ਸਵਾਲ ਖੜੇ ਕਰਦਾ ਕਿ ਇੱਕ ਪਾਸੇ ਜਿੱਥੇ ਮਨੁੱਖਤਾ ਅੱਜ ਤੜਫ ਰਹੀ ਹੈ ਆਕਸੀਜਨ ਨੂੰ, ਤੇ ਦੂਜੇ ਪਾਸੇ ਉਹੀ ਦਰਖਤ ਜਿਨ੍ਹਾਂ ਨੇ ਸਾਨੂੰ ਮੁਫਤ ਦੇ ਵਿੱਚ ਜਿਹੜੀ ਆ ਆਕਸੀਜਨ ਦਿੱਤੀ ਹੋਈ ਆ, ਮੁਫਤ ਦੇ ਵਿੱਚ ਸਾਡੇ ਤੋਂ ਕੋਈ ਮੁੱਲ ਨਹੀਂ ਲਿਆ, ਸਾਡੇ ਤੇ ਕੋਈ ਅਹਿਸਾਨ ਨਹੀਂ ਕਰਦੇ, ਤੇ ਜਿਹੜੀ ਹਰ ਰੋਜ਼ ਅਸੀਂ ਪਤਾ ਨਹੀਂ ਕਿੰਨੀ ਆਕਸੀਜਨ ਲੈ ਲੈਂਦੇ ਹਾਂ। ਤੇ ਸਰਕਾਰ ਜਿਹੜੀ ਇਹ ਦਾਅਵੇ ਕਰਦੀ ਹੈ ਕਿ ਜੀ ਅਸੀਂ ਪ੍ਰਬੰਧ ਕਰ ਰਹੇ ਹਾਂ ਲੋਕਾਂ ਦੀ ਸਿਹਤ ਲਈ। ਮੁੱਖ ਮੰਤਰੀ ਸਾਹਿਬ ਲਾਈਵ ਹੁੰਦੇ ਆ, ਮੁੱਖ ਮੰਤਰੀ ਸਾਹਿਬ ਲਾਈਵ ਹੋ ਕੇ ਕਹਿੰਦੇ ਆ ਕਿ ਅਸੀਂ ਲੋਕਾਂ ਦੀ ਸਿਹਤ ਲਈ ਫਿਕਰਮੰਦ ਹਾਂ, ਅਸੀਂ ਲੋਕਾਂ ਦੀ ਸਿਹਤ ਲਈ ਬੜੇ ਚਿੰਤਤ ਹਾਂ। ਤਾਂ ਆਹ ਕਿਹੜੀ ਚਿੰਤਾ ਹੈ? ਆਹ ਜਿਹੜੀਆਂ ਤੁਸੀਂ ਕੁਹਾੜੇ ਚਲਾਈ ਜਾਂਦੇ ਆ ਦਰਖਤਾਂ ਦੇ, ਇਹ ਕਿਹੜੇ ਪਾਸੇ ਦੀ ਚਿੰਤਾ ਹੈ? ਇਹ ਕਿੱਥੋਂ ਤੁਸੀਂ ਸੋਚਦੇ ਆ ਕਿ ਇਹ ਦਰਖਤਾਂ ਨੂੰ ਵੱਢ ਕੇ ਤੁਸੀਂ ਮਨੁੱਖਤਾ ਦੀ ਭਲਾਈ ਕਰੋਗੇ? ਆਓ ਦੇਖੋ ਕਿੰਨੇ ਸਮਿਆਂ ਤੋਂ ਲੱਗੇ ਹੋਏ ਦਰਖਤ ਅੱਜ ਟਰਾਲੀ 'ਚ ਭਰ ਕੇ ਚੱਲੇ ਆ। ਕਿਤੇ ਨਾ ਕਿਤੇ ਇਹ ਦੇਖ ਕੇ ਐਂ ਲੱਗਦਾ ਕਿ ਇਹਨਾਂ ਦਰਖਤਾਂ ਦੇ ਨਾਲ ਹੀ ਸਰਕਾਰ ਨੇ ਇਹ ਲੋਕਾਂ ਦੇ ਲਈ ਉਹ ਤਿਆਰ ਕਰ ਦਿੱਤਾ ਕਿ ਲੋਕਾਂ ਦੀ ਚਿਤਾ ਲਈ ਇਹ ਤਿਆਰ ਕਰ ਦਿੱਤੇ ਹੈ ਕਿ ਲੋਕਾਂ ਦੀ ਚਿਤਾ ਲਈ ਵੀ ਸਰਕਾਰ ਸਮਾਨ ਤਿਆਰ ਕਰ ਰਹੀ ਹੈ। ਕਿਤੇ ਤਾਂ ਲੋਕਾਂ ਨੂੰ ਬਚਾਉਣਾ ਸੀ, ਕਿਤੇ ਇਹ ਦਰਖਤਾਂ ਨੂੰ ਵੱਢ ਕੇ ਲੋਕਾਂ ਦੀ ਚਿਤਾ ਦੇ ਜਿਹੜਾ ਉਹ ਸਾਰੀ ਤਿਆਰੀ ਕੀਤੀ ਜਾ ਰਹੀ ਹੈ। ਗੱਲਬਾਤ ਅੱਗੇ ਵੀ ਅਸੀਂ ਕਰਦੇ ਹਾਂ। ਗੁਰਦੇਵ ਸਿੰਘ ਸੇਖੋਂ ਹੈ ਜੋ ਇੱਥੋਂ ਚੋਣ ਲੜੇ ਸੀ ਆਮ ਆਦਮੀ ਪਾਰਟੀ ਵੱਲੋਂ, ਤੇ ਸਮੇਂ-ਸਮੇਂ 'ਤੇ ਉਹ ਵੀ ਆਵਾਜ਼ ਉਠਾਉਂਦੇ ਰਹਿੰਦੇ ਆ ਜਿਹੀ। ਸੇਖੋਂ ਸਾਹਿਬ, ਤੁਸੀਂ ਸਾਰਾ ਦੇਖ ਹੀ ਰਹੇ ਹੋ, ਕੀ ਲੱਗ ਰਿਹਾ ਜੀ, ਕੀ ਸਰਕਾਰ ਦੀਆਂ ਪਾਲਿਸੀਆਂ? ਇੱਕ ਪਾਸੇ ਤਾਂ ਢੰਡੋਰਾ ਪਿੱਟਦੀ ਹੈ ਕਿ ਆਕਸੀਜਨ ਦੀ ਕਮੀ ਹੈ ਜੀ, ਦੂਜੇ ਪਾਸੇ ਜਿਹੜੀ ਸਾਨੂੰ ਆਕਸੀਜਨ ਮੁਫਤ 'ਚ ਦਿੰਦੇ ਆ ਉਹਨਾਂ ਨੂੰ ਵੱਢਿਆ ਜਾ ਰਿਹਾ। ਦੇਖੋ ਸਾਡੇ ਜਿਹੜੇ ਸਾਥੀ ਖੜੇ ਆ ਸਾਰੇ, ਇਹ ਸਾਡੀ ਜਿਹੜੀ ਸੀਰ ਸੁਸਾਇਟੀ ਆ ਫਰੀਦਕੋਟ ਦੇ ਵਿੱਚ ਪਿਛਲੇ 20-25 ਸਾਲਾਂ ਤੋਂ ਹਜ਼ਾਰਾਂ ਦਰਖਤ ਲਾ ਕੇ ਫਰੀਦਕੋਟ ਨੂੰ ਹਰਿਆ ਭਰਿਆ ਕੀਤਾ। ਤਾਂ ਇੱਥੇ ਵੀ ਜਿਹੜਾ ਇਹ ਦੱਸ ਰਿਹਾ ਅੰਕੜਾ ਦੱਸ ਰਿਹਾ 2000 ਕੁਛ ਜਿਹੜੇ ਦਰਖਤ ਆ, ਉਹ ਆਹ ਦਰਖਤ ਆ ਜਿਹੜੇ ਸੜਕ ਦੇ ਉੱਤੇ ਲੱਗੇ ਹੋਏ ਆ ਔਰ ਨੰਬਰਾਂ ਵਾਲੇ ਆ। ਔਰ ਉਦੋਂ ਬਿਨਾਂ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਦਰਖਤ ਆ ਜਿਹੜੇ ਆਪੇ ਉੱਗੇ ਆ, ਕਿਉਂਕਿ ਪਿਛਲੇ 20 ਸਾਲ ਤੋਂ ਸ਼ੂਗਰ ਬਿੱਲ ਬੰਦ ਆ। ਤਾਂ ਇੱਥੇ ਮਤਲਬ ਇੱਥੇ ਇਸ ਨਾਲ ਦਾ ਜੰਗਲ ਉਹ ਪ੍ਰਾਣੀ ਜਿਹੜੇ ਪੰਛੀ ਹੈ ਉਹ ਇੱਥੋਂ ਜਿਹੜੇ ਅਲੋਪ ਹੋ ਗਏ ਆ। ਮੋਰ ਹੈ, ਤਿੱਤਰ ਹੈ, ਬਟੇਰੇ ਆ, ਬਹੁਤ ਸਾਰੇ ਜਿਵੇਂ ਘੁੱਗੀਆਂ, ਗਟਰ ਜਾਂ ਛੋਟੀਆਂ ਚਿੜੀਆਂ
ਮਾਖੋ ਛੋਟੀ ਹੈ, ਉਹ ਇਸ ਜੰਗਲ ਦੇ ਵਿੱਚ ਲੱਗੇ ਹੋਏ ਆ। ਤਾਂ ਇਹ ਜੇ ਇਹੋ ਜਿਹਾ ਕਾਰਾ ਕਰਕੇ ਸਰਕਾਰ ਨੇ ਜਿਹੜੀ ਉਹ ਅੱਤ ਘਿਨਾਉਣੀ ਹਰਕਤ ਕੀਤੀ ਹੈ, ਔਰ ਸਿਰਫ ਚੰਦ ਰੁਪਈਆਂ ਦੀ ਖਾਤਰ। ਸਾਨੂੰ ਪਤਾ ਲੱਗਿਆ 67 ਲੱਖ ਦੇ ਵਿੱਚ ਇਹ ਜਿਹੜਾ ਠੇਕਾ ਹੋਇਆ। ਤਾਂ ਮੇਰੇ ਖੇਤ ਦੇ ਦਾਲੇ ਥੋੜੇ ਸਪੈਦੇ ਲੱਗਿਆ। ਪਿਛਲੇ ਸਾਲ ਮੇਰੇ ਕੋਲ ਬੰਦੇ ਆਏ, ਮੈਨੂੰ ਕਹਿੰਦੇ 1.5 ਲੱਖ ਰੁਪਈਆ ਤੁਹਾਨੂੰ ਦਿੰਨੇ ਆ ਜੀ। ਮੈਂ ਕਿਹਾ ਨਹੀਂ, ਮੈਂ ਦਰਖਤ ਨਹੀਂ ਵਧਾਉਣੇ ਯਾਰ, ਵੀ ਲੋਕ ਤਾਂ ਲਾ ਰਹੇ ਆ। ਤੇ ਮਤਲਬ ਇੱਥੇ ਤਾਂ ਇਹ ਤਾਂ ਕਰੋੜਾਂ ਅਰਬਾਂ ਦੀ ਖੇਡ ਹੈ। ਔਰ ਇੱਥੇ ਵਿੱਚ ਮੈਨੂੰ ਅੱਜ ਪਤਾ ਲੱਗਿਆ ਕਿ ਅਰਜਨ ਦੇ ਦਰਖਤ ਲੱਗੇ ਹੋਏ ਸੀ। ਅਰਜਨ ਦੇ ਛੋਟੇ ਜਿਹੇ ਸੱਕ ਦੀ ਕੀਮਤ ਆ, ਜਿਹੜੀ ਬੰਦਾ ਬਾਜ਼ਾਰ ਚੋਂ ਲੈਣ ਜਾਂਦਾ, ਉਹ ਜਦੋਂ ਬਾਜ਼ਾਰ ਚੋਂ ਲੈਣ ਜਾਈਏ ਫਿਰ ਪਤਾ ਲੱਗਦਾ। ਉਹ ਦਰਖਤ ਆ ਜਿਹੜੇ ਉਹ ਵੱਢ ਕੇ ਦਵਾਈਆਂ ਵਾਲਿਆਂ ਨੂੰ ਪਤਾ ਲੱਗਿਆ ਵੀ ਉਹ ਬਾਹਰ ਵੇਚ ਦਿੱਤੇ ਗਏ ਆ। ਤਾਂ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਆ ਜਿਹੜੀ ਉਹ ਫਰੀਦਕੋਟ ਦੇ ਵਿੱਚ ਕਰਕੇ ਜਿਹੜਾ MLA ਸਾਹਿਬ ਜਦੋਂ ਸ਼ੂਗਰ ਮਿਲ ਬੰਦ ਹੋਈ ਆ, ਉਦੋਂ ਕਹਿੰਦੇ ਸੀ MLA ਨੂੰ ਮੁਸ਼ਕ ਆਉਂਦਾ ਜੀ। ਤੇ ਹੁਣ ਇੱਥੋਂ ਤਾਜ਼ੀ ਹਵਾ ਆਉਂਦੀ ਸੀ, ਤੇ ਹੁਣ MLA ਨੂੰ ਪਤਾ ਨਹੀਂ ਲੱਗਿਆ 1 ਕਿਲੋਮੀਟਰ ਤੇ ਉਹਦਾ ਘਰ ਹੈ। 2.5 ਮਹੀਨਿਆਂ ਤੋਂ ਲਗਾਤਾਰ ਆ ਜਿਹੜੇ ਲੱਖਾਂ ਦਰਖਤ ਤੁਸੀਂ ਕੱਟ ਕੇ ਲੈ ਗਏ ਆ। ਉਹ ਤੁਸੀਂ ਮਸ਼ੀਨ ਦੇਖ ਕੇ ਆਏ ਹੋਗੇ, ਉਹ ਬਣਾਈ ਜਾਂਦੀ, ਹਲੇ ਮੈਨੂੰ ਉਦੋਂ ਚੱਲਦੀ ਨਹੀਂ ਸੀ। ਆ ਸਾਰੇ ਜਿਹੜਾ ਹੈਗਾ ਉਹਨੂੰ ਤੂੜੀ ਵਾਂਗੂ ਬਰੀਕ ਬਣਾ ਕੇ ਲੈ ਜਾਂਦੇ ਆ। ਤਾਂ ਇਹ ਜਿਹੜਾ ਇਹ ਹਰਕਤ ਕੀਤੀ ਹੈ ਬਹੁਤ ਮਾੜੀ ਹੈ, ਔਰ ਇਹ ਪੰਜਾਬ ਸਰਕਾਰ ਨੂੰ ਉਹਦਾ ਖਮਿਆਜਾ ਭੁਗਤਣਾ ਪਊਗਾ। ਫਰੀਦਕੋਟ ਦੇ ਸਾਰੇ ਸਾਡੇ ਜਿਹੜੇ ਹੈਗੇ ਜਿੰਨੇ ਸਮਾਜ ਸੇਵੀ ਉਹ ਖੜੇ ਆ, ਔਰ ਅਸੀਂ ਇਹਦੇ ਉੱਤੇ ਜਿੰਨਾ ਵੀ ਹੋ ਸਕਿਆ ਸੰਘਰਸ਼ ਲੜ ਕੇ ਇਹ ਜਿਹੜੇ ਸਾਡੇ ਦਰਖਤ ਬਚੇ ਆ, ਜਿਹੜੇ ਜਾਨਵਰਾਂ ਦੇ ਵਿੱਚ ਬਚੇ ਆ, ਜਿਹੜੇ ਪੰਛੀ ਬਚੇ ਆ, ਉਹਨਾਂ ਨੂੰ ਅਸੀਂ ਬਚਾਉਣ ਵਾਸਤੇ ਜੋ ਵੀ ਹੋ ਸਕਿਆ ਉਹ ਅਸੀਂ ਕਰਾਂਗੇ। ਕਿਉਂਕਿ ਸ਼ੂਗਰ ਮਿਲ ਨੂੰ ਬਚਾਉਣ ਵਾਸਤੇ ਵੀ ਉਦੋਂ ਮਰਨ ਵਰਤ ਦਿੱਤਾ ਸੀਗਾ, ਤੇ ਇਹਨਾਂ ਦੇ ਮੰਤਰੀ ਨੇ ਆ ਕੇ ਉਦੋਂ ਮਰਨ ਵਰਤ ਖਲਵਾਇਆ ਸੀ, ਔਰ ਵਾਅਦਾ ਕੀਤਾ ਸੀ ਕਿ ਇਹ ਸ਼ੂਗਰ ਮਿਲ ਇੱਥੇ ਹੀ ਚਲਾਵਾਂਗੇ। ਤਾਂ ਫਿਰ ਕਹਿੰਦੇ ਅਸੀਂ ਨਵੀਂ ਚਾਲੂ ਕਰਾਵਾਂਗੇ। ਪਹਿਲਾਂ ਕਹਿੰਦੇ ਪੁਰਾਣੀ ਨੂੰ ਰਿਪੇਅਰ ਕਰਾਂਗੇ, ਫਿਰ ਕਹਿੰਦੇ ਨਵੀਂ, ਪਰ ਉਹ ਸਾਰਾ ਸਮਾਨ ਪੱਟ ਕੇ ਲੈ। ਸਾਨੂੰ ਇਹ ਸੀ ਵੀ ਜਦੋਂ ਵੀ ਅਗਲੇ ਟਾਈਮ ਕੁਝ ਚੰਗਾ ਆਊਗਾ, ਜੇ ਆਪ ਦੀ ਸਰਕਾਰ ਆਈ, ਤਾਂ ਇਹ ਸ਼ੂਗਰ ਮਿਲ ਇੱਥੇ ਚਲਾ ਕੇ ਲੋਕਾਂ ਨੂੰ ਦਿਖਾਵਾਂਗੇ, ਕਿਉਂਕਿ ਇਹਦੇ ਨਾਲ ਸਾਡਾ ਇਲਾਕਾ ਜੁੜਿਆ ਹੋਇਆ। ਔਰ ਹੁਣ ਤਾਂ ਜਿਹੜਾ ਜੰਗਲ ਪੱਟ ਕੇ ਇਹਨਾਂ ਨੇ ਬਹੁਤ ਹੀ ਅਨਰਥ ਕਰਤਾ ਫਰੀਦਕੋਟ ਦੇ ਅੰਦਰ। ਲੱਖਾਂ ਜਾਨਵਰਾਂ ਨੂੰ ਬੇਘਰ ਕੀਤਾ। ਮੋਰ ਵਰਗੇ ਪੰਛੀ ਇਹਦੇ ਵਿੱਚ ਰਹਿੰਦੇ ਆ, ਔਰ ਹਜ਼ਾਰਾਂ ਦੀ ਤਾਦਾਦ 'ਚ ਕੋਈ ਇੱਕ ਅੱਧਾ ਪੰਛੀ ਨਹੀਂ। ਹੁਣ ਗੱਲ ਹੈ ਵੀ ਸੰਕਟ ਮਨੁੱਖਤਾ ਤੇ ਇੱਕ ਪਾਸੇ ਅਸੀਂ ਪਿੱਟ ਰਹੇ ਹਾਂ, ਰੋ ਰਹੇ ਹਾਂ, ਹਰ ਰੋਜ਼ ਕਹਿ ਰਹੇ ਹਾਂ ਕਿ ਜੀ ਸਾਨੂੰ ਇੱਕ ਸਿਲੰਡਰ ਦੀ ਜਿਹੜਾ ਕਿ ਉਹ ਬਲੈਕ 'ਚ ਵੀ ਨਹੀਂ ਮਿਲ ਰਿਹਾ, ਤੇ ਜਿਹੜੇ ਸਾਨੂੰ ਮੁਫਤ ਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਈਆਂ ਦੀ ਤੁਸੀਂ ਕਿਹਾ 67 ਲੱਖ ਰੁਪਏ ਦੀ ਗੱਲ ਕੀਤੀ ਹੈ, ਇਸ ਤੋਂ ਪਹਿਲਾਂ ਕਰੋੜਾਂ ਰੁਪਈਆਂ ਦੀ ਆਕਸੀਜਨ ਦੇ ਚੁੱਕਿਆ। ਜੇ ਅਸੀਂ ਉਹ ਮੁੱਲ ਦੇ ਹਿਸਾਬ ਨਾਲ ਦੇਖੀਏ ਤਾਂ ਇਹਨਾਂ ਦੇ ਉੱਤੇ ਘਵਾੜਾ ਚਲਾਇਆ ਜਾਣਾ, ਉਹ ਵੀ ਸਰਕਾਰ ਵੱਲੋਂ। ਇੱਕ ਪਾਸੇ ਕੱਲ ਮੁੱਖ ਮੰਤਰੀ ਲਾਈਵ ਹੋ ਕੇ ਕਹਿੰਦੇ ਚਿੰਤਤ ਬਹੁਤ ਹੈ ਪੰਜਾਬ ਲਈ, ਦੂਜੇ ਪਾਸੇ ਅਜਿਹਾ ਕੁਝ ਵਾਪਰ ਰਿਹਾ। ਦੇਖੋ ਪਤਾ ਇਹ ਲੱਗਿਆ ਵੀ ਇਹਦੇ ਬਾਰੇ ਜਿਹੜਾ ਇਹਨਾਂ ਦਾ ਮਹਿਕਮਾ ਆਪਣਾ ਜੰਗਲਾਤ ਮਹਿਕਮਾ, ਉਹਨਾਂ ਤੋਂ ਵੀ ਪਰਮਿਸ਼ਨ ਨਹੀਂ ਲਈ ਗਈ। ਜਿਹੜੀ ਆਪਣਾ ਪ੍ਰਦੂਸ਼ਣ ਕੰਟਰੋਲ ਬੋਰਡ ਆ, ਉਹਦੇ ਤੋਂ ਵੀ ਪਰਮਿਸ਼ਨ ਨਹੀਂ ਲਈ ਗਈ। ਅਸੀਂ ਘਰ ਦੇ ਵਿੱਚ ਜੇ ਦਰਖਤ ਕੱਟਣਾ ਨਾ, ਹੁਣ ਸਾਡੇ ਤੇ ਲਾਗੂ ਕੀਤਾ ਵੀ ਅਸੀਂ ਸਰਕਾਰ ਤੋਂ ਮਨਜ਼ੂਰੀ ਲੈ ਕੇ ਦਰਖਤ ਕੱਟਾਂਗੇ, ਔਰ ਲੱਖਾਂ ਦਰਖਤ ਆ ਜਿਹੜੇ ਸਰਕਾਰ ਨੇ ਜਾਂ ਸਰਕਾਰ ਦੇ ਪਿਆਦਿਆਂ ਨੇ, ਜਾਂ ਇੱਕ ਚੀਜ਼ ਹੋਰ ਵੀ ਜਿਵੇਂ ਰੇਤ ਮਾਫੀਆ ਜਿਹੜਾ ਹੈਗਾ, ਡਰੱਗ ਮਾਫੀਆ ਚੱਲ ਰਿਹਾ ਸੀਗਾ, ਜਾਂ ਹੋਰ ਮਾਫੀਆ ਚੱਲ ਰਹੇ ਸੀ। ਮੈਂ ਇਹ ਕਹਿੰਦਾ ਵੀ ਇੱਕ ਲੱਕੜ ਮਾਫੀਆ ਵੀ ਪੈਦਾ ਹੋ ਗਿਆ, ਜਿਹਨੇ 2.5 ਮਹੀਨਿਆਂ ਦੇ ਵਿੱਚ ਅਰਬਾਂ ਰੁਪਈਆਂ ਦੀ, ਕਰੋੜਾਂ ਨਹੀਂ ਅਰਬਾਂ ਰੁਪਈਆਂ ਦੀ ਲੱਕੜ ਇੱਥੋਂ ਵੱਢ ਕੇ ਜਿਹੜੀ ਉਹ ਵੇਚਦੀ ਸੀ। ਇਹ ਕਹਿੰਦੇ ਸੀ ਵੀ ਚੰਬਲ ਦੇ ਉੱਥੇ ਜਾ ਕੇ ਜਿਹੜੇ ਹੈਗੇ ਵੀ ਉਹ ਚੰਦਨ ਦੇ ਜਿਹੜੇ ਡਾਕੂ ਆ ਉੱਥੋਂ ਚੰਬਲ ਦੇ ਵਿੱਚੋਂ ਵੱਢ ਕੇ ਲੈ ਜਾਂਦੇ। ਉਹ ਚੰਬਲ ਦੇ ਡਾਕੂ ਫਰੀਦਕੋਟ ਦੇ ਵਿੱਚ ਪੈਦਾ ਹੋ ਗਿਆ, ਜਿਨ੍ਹਾਂ ਨੇ ਫਰੀਦਕੋਟ ਦੀ ਜਿਹੜੀ ਅਰਬਾਂ ਰੁਪਈਆਂ ਦੀ ਲੱਕੜ ਆ ਉਹ ਜਿਹੜੀ ਬਰਬਾਦ ਕਰਤੀ। ਤੁਸੀਂ ਵਿਰੋਧੀ ਧਿਰ ਦੇ ਵਿੱਚੋਂ ਤੁਹਾਡੀ ਪਾਰਟੀ ਇਸ ਵਕਤ ਆਵਾਜ਼ ਉਠਾਓਗੇ ਮੁੱਖ ਮੰਤਰੀ ਤੱਕ, ਕਿਉਂਕਿ ਜਿਹੜੀ ਇਹ ਘਵਾੜਾ ਹੈ ਲਗਾਤਾਰ ਹੋ ਸਕਦਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਤੇਜ਼ੀ ਨਾਲ ਵਧੇ, ਆਵਾਜ਼ ਉਠਾਓਗੇ ਕਿ ਅਜਿਹਾ ਕੁਝ ਨਾ ਹੋਵੇ? ਦੇਖੋ ਲੜਾਂਗੇ, ਆ ਸਾਥੀ ਸਾਡੇ ਸਾਰੇ ਆਏ ਆ, ਅਸੀਂ ਹੁਣੇ ਫੈਸਲਾ ਕਰਕੇ ਅਸੀਂ ਕੋਸ਼ਿਸ਼ ਵੀ ਅਸੀਂ ਟਰੈਕਟਰ ਇੱਥੇ ਰੋਕ ਲਿਆ। ਸਾਡੀ ਕੋਸ਼ਿਸ਼ ਇਹ ਆ ਵੀ ਹੁਣ ਤੋਂ ਬਾਅਦ ਇੱਕ ਵੀ ਜਿਹੜਾ ਕਿਸੇ ਡਾਹਣੀ ਦੇ ਉੱਤੇ ਘੋੜਾ ਨਹੀਂ ਅਸੀਂ ਚੱਲਣ ਦਿਆਂਗੇ। ਉਹਦੇ ਲਈ ਜਿੰਨੀ ਵੀ ਕੁਰਬਾਨੀ ਦੇਣੀ ਪਈ, ਕਿਉਂਕਿ ਮਨੁੱਖ ਜਿਉਂਦਾ ਮਨੁੱਖ ਹੀ ਜਿਉਂਦਿਆਂ ਲਈ ਕੁਝ ਕਰ ਸਕਦਾ। ਜੇ ਅਸੀਂ ਆਪਣੇ ਲੋਕਾਂ ਲਈ ਅੱਜ ਕੁਝ ਨਹੀਂ ਕਰ ਸਕੇ ਤਾਂ ਫਿਰ ਸਾਡੇ ਜਿਉਣ ਦਾ ਵੀ ਕੋਈ ਮਤਲਬ ਨਹੀਂ, ਕਿਉਂਕਿ ਹਵਾ ਨੇ ਹੀ ਮਨੁੱਖ ਨੂੰ ਜਿਉਂਦਾ ਰੱਖਣਾ, ਤੇ ਜੇ ਹਵਾ ਹੀ ਨਾ ਰਹੀ ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਕਿੱਥੇ ਸਾਹ ਲੈਣਗੀਆਂ। ਇਹ ਤਾਂ ਇਹ ਲੋਕ ਸੋਚਦੇ ਇਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਅਮਰੀਕਾ ਕੈਨੇਡਾ 'ਚ ਜਾ ਕੇ ਫਾਰਮ ਬਣਾ ਲਾਂਗੇ, ਪਰ ਜਿਹੜੇ ਸਾਡੇ ਗਰੀਬ ਲੋਕ ਹੈ, ਜਿਹੜੇ ਰੋਟੀ ਨੂੰ ਤਰਸ ਰਹੇ ਆ, ਉਹ 50-50 ਹਜ਼ਾਰ ਦਾ ਗੈਸ ਦਾ ਸਿਲੰਡਰ ਕਿੱਥੋਂ ਖਰੀਦ ਲੈਣਗੇ? ਸਾਨੂੰ ਇਸ ਗੱਲ ਲਈ ਚਿੰਤਾ ਕਰਨੀ ਚਾਹੀਦੀ ਹੈ, ਔਰ ਅਸੀਂ ਇਸ ਦੇ ਉੱਤੇ ਜਿੰਨਾ ਵੀ ਹੋ ਸਕਿਆ ਤਕੜੇ ਹੋ ਕੇ ਆਪਦੀ ਲੜਾਈ ਲੜਾਂਗੇ, ਔਰ ਸਰਕਾਰ ਦੇ ਜਿਹੜਾ ਹੈਗਾ ਨੱਕ 'ਚ ਦਮ ਕਰਕੇ ਹਟਾਂਗੇ। ਅੰਕਲ ਜੀ ਇੱਥੇ ਕਹਿੰਦੇ ਕਲੋਨੀ ਬਣਾਉਣੀ ਆ, ਇਹਨਾਂ ਨੂੰ ਸਫਾਈ ਕਰਕੇ ਇੱਥੇ ਸ਼ੂਗਰ ਮਿਲ ਚੱਕ ਕੇ, ਪਹਿਲਾਂ ਤਾਂ ਸ਼ੂਗਰ ਮਿਲ ਚੱਕੀ ਗਈ, ਵਪਾਰ ਖਤਮ ਹੋਇਆ, ਲੋਕਾਂ ਦਾ ਕਾਰੋਬਾਰ ਖਤਮ ਹੋਇਆ, ਰੁਜ਼ਗਾਰ ਖਤਮ ਹੋਇਆ। ਹੁਣ ਜਿਹੜੇ ਦਰਖਤਾਂ ਦੇ ਉੱਤੇ ਘਵਾੜਾ ਚੱਲ ਕੇ ਕਹਿੰਦੇ ਕਲੋਨੀ, ਤੁਹਾਨੂੰ ਲੱਗਦਾ ਹੈ ਵੀ ਇੱਕ ਕੁਦਰਤੀ ਚੀਜ਼ ਨੂੰ ਤਬਾਹ ਕਰਕੇ ਇੱਕ ਕਲੋਨੀ ਬਣਾਉਣੀ ਜਾਇਜ਼ ਲੱਗਦੀ ਹੈ? ਧਰਤੀ ਦੇ ਫੇਫੜੇ ਖਰਾਬ ਕਰਨ ਵਾਲਿਆਂ ਦੇ ਆਪਦੇ ਫੇਫੜੇ ਗਲਦੇ ਵੇਖ ਰਹੇ ਆ, ਕਿਵੇਂ ਪੱਤਿਆਂ ਵਾਂਗੂ ਮਨੁੱਖੀ ਜਿੰਦਾਂ ਦਿਨੋਂ ਦਿਨ ਝੜ ਰਹੀਆਂ। ਤੇ ਜੇ ਮਨੁੱਖ ਇਹੋ ਜਿਹੇ ਕਾਰੇ ਕਰੂਗਾ ਤੇ ਇਹੋ ਹੀ ਰਿਜ਼ਲਟ ਆਉਣਗੇ। ਸਾਨੂੰ ਘੰਟਾ ਪਹਿਲਾਂ ਹੀ ਸੀਰ ਸੁਸਾਇਟੀ ਨੂੰ ਪਤਾ ਲੱਗਿਆ ਸੀ ਤੇ ਅਸੀਂ 20-25 ਕਾਰਕੁਨ ਇੱਥੇ ਇਕੱਠੇ ਹੋਏ ਆ। ਬਹੁਤ ਮੰਦਭਾਗੀ ਗੱਲ ਹੈ
ਬੜੀ ਸਕੀਮ ਨਾਲ ਇਹਨੂੰ ਖਤਮ ਕੀਤਾ ਗਿਆ। ਪਹਿਲਾਂ ਮਗਰੋਂ 137 ਕਿੱਲੇ ਜਗ੍ਹਾ ਦੱਸੀ ਜਾ ਰਹੀ ਹੈ। ਪਿਛਲੇ 3 ਮਹੀਨਿਆਂ ਤੋਂ ਇਹ ਕਾਰਾ ਚੱਲ ਰਿਹਾ ਸੀ। ਸ਼ਹਿਰ ਵਾਸੀਆਂ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਣ ਦਿੱਤੀ ਗਈ, ਤੇ ਜਦੋਂ ਹੁਣ ਸੜਕ ਦੇ ਕੋਲੋਂ ਦਰਖਤਾਂ ਦਾ ਵਾਢਾ ਹੋਇਆ ਤੇ ਅੱਜ ਪਤਾ ਲੱਗਿਆ, ਸੀਰ ਸੰਸਥਾ ਫਰੀਦਕੋਟ ਪ੍ਰਸ਼ਾਸਨ ਨੂੰ ਕਹਿੰਦੀ ਆ ਵੀ ਇਹਨੂੰ ਬੰਦ ਕਰੋ, ਨਹੀਂ ਤਾਂ ਜਿਹੜੇ ਨਤੀਜੇ ਰਾਜਨੀਤਿਕ ਪਾਰਟੀਆਂ ਨੂੰ ਜਾਂ ਪੰਜਾਬ ਸਰਕਾਰ ਨੂੰ ਭੁਗਤਣੇ ਪੈਣਗੇ ਉਹ ਉਹਨਾਂ ਨੂੰ ਸੋਚ ਲੈਣੇ ਚਾਹੀਦੇ ਹਨ। ਤੇ ਮੈਂ ਜਸਵੀਰ ਸਿੰਘ ਨੂੰ ਇਸ ਬਾਰੇ ਕਹੂੰਗਾ ਵੀ ਆਪਦੇ ਵਿਚਾਰ ਦੇਣਗੇ। ਕਿਵੇਂ ਤੁਸੀਂ ਉਹਨਾਂ ਨੇ ਕਿਹਾ ਕਿ ਸੀਰ ਸੁਸਾਇਟੀ ਇੱਥੇ ਤੁਹਾਡੇ ਕੰਮ ਕਰਦੀ ਹੈ, ਤੁਹਾਨੂੰ ਤਾਂ ਪਤਾ ਹੀ ਹੈ ਕਿ ਇੱਕ ਦਰਖਤ ਪਾਲਣਾ ਕਿੰਨਾ ਔਖਾ ਤੇ ਵੱਢਣਾ ਬੜਾ ਸੌਖਾ ਹੈ। ਬੜੇ ਭਾਗੇ ਹੁੰਦੇ ਨੇ ਉਹ ਲੋਕ ਤੇ ਉਹ ਧਰਤੀ ਜਿੱਥੋਂ ਦੇ ਪਾਣੀ ਦੇ ਵਿੱਚ ਜ਼ਹਿਰ ਘੁਲੀ ਹੋਵੇ, ਦਾਣਿਆਂ 'ਚ ਜ਼ਹਿਰ ਘੁਲੀ ਹੋਵੇ, ਹਵਾ 'ਚ ਜ਼ਹਿਰ ਘੁਲੀ ਹੋਵੇ। 3.3% ਜੰਗਲ ਦਾ ਰਕਬਾ ਪੰਜਾਬ ਦੇ ਪੱਲੇ ਹੈ ਕੀ ਆਪਣੇ ਕੋਲੇ। ਜੇ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਵਾਤਾਵਰਨ, ਚੰਗਾ ਪਾਣੀ, ਚੰਗੀ ਧਰਤੀ ਨਹੀਂ ਛੱਡ ਸਕੇ ਤਾਂ ਆਪਣੇ ਤੇ ਲਾਹਨਤਾ। ਲੱਖਾਂ ਕਰੋੜਾਂ ਪੈਸੇ ਲਾ ਕੇ ਕੈਨੇਡਾ ਨੂੰ ਬੱਚੇ ਭੇਜ ਰਹੇ ਆ, ਜ਼ਮੀਨਾਂ ਪੈਲੀਆਂ ਵੇਚ ਕੇ ਕੈਨੇਡਾ ਨੂੰ ਬੱਚੇ ਭੇਜ ਰਹੇ ਆ, ਤੇ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਲਈ ਵੀ ਸੋਚਣਾ ਬਣਦਾ। ਇੱਥੇ ਬਹੁਤ ਸਾਰੇ ਜਾਨਵਰ, ਜੀਵ ਜੰਤੂ ਜਿਹੜੇ ਹੈਗੇ ਉਹਨਾਂ ਬਾਰੇ ਵੀ ਸੋਚਣਾ ਬਣਦਾ। ਮਨੁੱਖ ਇਹ ਸੋਚਦਾ ਕਿ ਸ਼ਾਇਦ ਇਹ ਧਰਤੀ ਉਹਦੇ ਇਕੱਲੇ ਦੇ ਰਹਿਣ ਲਈ ਆ, ਪਰ ਜਿਹੜਾ ਕੁਦਰਤ ਦਾ ਸੰਤੁਲਨ ਆ ਉਹ ਬਰਕਰਾਰ ਰੱਖਣਾ ਜ਼ਰੂਰੀ ਆ। ਜੇਕਰ ਕੁਦਰਤ ਦਾ ਸੰਤੁਲਨ ਵਿਗੜ ਗਿਆ ਤੇ ਆਪਾਂ ਨੂੰ ਪਤਾ ਵੱਡੀਆਂ ਵੱਡੀਆਂ ਜਿਹੜੀਆਂ ਹੈਗੀਆਂ ਤਬਾਹੀਆਂ ਆਉਂਦੀਆਂ, ਤੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਸੱਭਿਅਤਾਵਾਂ ਖਤਮ ਹੋ ਚੁੱਕੀਆਂ, ਜਿਹੜੀਆਂ ਜਿਨ੍ਹਾਂ ਦੇ ਨਾਮੋ ਨਿਸ਼ਾਨ ਨਹੀਂ ਗੇ। ਵੱਡੇ ਵੱਡੇ ਰਾਜ ਘਰਾਣੇ, ਵੱਡੇ ਵੱਡੇ ਲੋਕ ਜਿਹੜੇ ਆਏ ਆ ਉਹ ਖਤਮ ਹੋ ਗਏ। ਕੁਦਰਤ ਦੇ ਅੱਗੇ ਕੋਈ ਪਾਣੀ ਹਾਰ ਨਹੀਂ। ਜਿੱਦਣ ਕੁਦਰਤ ਦਾ ਕੁਹਾੜਾ ਚੱਲਿਆ ਤੇ ਉਸ ਦਿਨ ਇਹਨਾਂ ਲੋਕਾਂ ਨੂੰ ਜਿਹੜੇ ਇਸ ਲਾਲਚ ਦੇ ਵਿੱਚ, ਨਿੱਕੇ ਨਿੱਕੇ ਲਾਲਚਾਂ ਦੇ ਵਿੱਚ ਆ ਕੇ ਇਹਨਾਂ ਰੁੱਖਾਂ ਤੇ ਕੁਹਾੜਾ ਚਲਾ ਰਹੇ ਨੇ, ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਰਬਾਦ ਕਰ ਰਹੇ ਨੇ। ਪੰਛੀਆਂ ਜਾਨਵਰਾਂ ਦੇ ਰਹਿਣ ਬਸੇਰੇ ਜਿਹੜੇ ਹੈਗੇ ਆ ਉਹਨਾਂ ਨੂੰ ਤਬਾਹ ਕਰ ਰਹੇ ਨੇ, ਉਹਨਾਂ ਨੂੰ ਇਹ ਭੁਗਤਣਾ ਪਊਗਾ। ਇੱਥੇ ਹੀ ਹੈ ਸਾਰਾ ਕੁਝ। ਅਸੀਂ ਸੀਰ ਸੁਸਾਇਟੀ ਵੱਲੋਂ ਸਮੁੱਚੀ ਜਿਹੜੀ ਦੁਨੀਆ ਹੈਗੀ ਆ, ਫਰੀਦਕੋਟ ਦੇ ਰਹਿਣ ਵਾਲੇ, ਆਸ-ਪਾਸ ਵਿਸ਼ਵ ਦੇ ਵਿੱਚ ਜਿੱਥੇ ਵੀ ਕੋਈ ਬੈਠਾ, ਜਿਸ ਵੀ ਤਰ੍ਹਾਂ ਜਿੱਥੇ ਵੀ ਬੈਠਾ, ਜਿਸ ਵੀ ਢੰਗ ਨਾਲ ਆਵਾਜ਼ ਉਠਾ ਸਕਦਾ, ਇਹਨਾਂ ਦਰਖਤਾਂ ਨੂੰ ਕੱਟਣ ਦੇ ਲਈ, ਰੋਕ ਲਾਉਣ ਦੇ ਲਈ ਵਿਰੋਧ ਦਰਜ ਕਰਾ ਸਕਦਾ ਗਾ, ਉਹ ਆਪਦਾ ਜਿਹੜਾ ਵਿਰੋਧ ਦਰਜ ਕਰਾਏ। ਤੇ ਇਹਨਾਂ ਸਰਕਾਰਾਂ ਨੂੰ ਮੈਂ ਤਾਂ ਇਹ ਵੀ ਕਹਿਣਾਗਾ ਵੀ ਇਹ 2058 ਦਰਖਤ ਨਹੀਂ, ਕੱਲਾ ਬੰਦਾ 2058 ਚੋਭਾਂ ਲਾਵੇ 22 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ। ਤੇ ਜਿਹੜੀਆਂ ਹੋਰ ਵੀ ਪਾਰਟੀਆਂ ਜਿਹੜੀਆਂ ਅੱਖਾਂ ਮਲਦੀਆਂ ਇਹੋ ਜਿਹੇ ਕੰਮਾਂ ਤੇ ਆਉਂਦੀਆਂ, ਪਰ ਜੇ ਸੱਚੇ ਦਿਲੋਂ ਕੋਈ ਹੈਗਾ ਤੇ ਅੱਜ ਆ ਕੇ ਇੱਥੇ ਖੜੇ ਤੇ ਇਸ ਕੰਮ ਨੂੰ ਰੋਕੇ, ਕਿਉਂਕਿ ਇਹ ਇੱਥੇ ਕਦੇ ਇਸ ਹਵਾ ਦੇ ਵਿੱਚ ਇਕੱਲੇ ਅਸੀਂ ਜਾਂ ਕਿਸੇ ਹੋਰ ਨੇ ਸਾਹ ਨਹੀਂ ਲੈਣਾ, ਪੂਰੀ ਖਲਕਤ ਨੇ, ਕੁੱਲ ਲਕਾਈ ਨੇ ਸਾਹ ਲੈਣਾ। ਤੇ ਜਿਹੜਾ ਇਸ ਗੱਲ ਨੂੰ ਵਪਾਰ ਦੇ ਨਾਂ ਦੇ ਉੱਤੇ ਕੀਤਾ ਜਾ ਰਿਹਾ, ਇਹ ਬਹੁਤ ਮੰਦਭਾਗੀ ਘਟਨਾ ਗੀ। ਇਹਨੂੰ ਅਸੀਂ ਪੂਰੀ ਨਿਖੇਧੀ ਕਰਦੇ ਹਾਂ। ਤੇ ਜਿੰਨਾ ਚਿਰ ਇਹ ਕੰਮ ਰੁਕਦਾ ਨਹੀਂ ਗਾ, ਸਾਡੇ ਨਾਲ ਪ੍ਰਸ਼ਾਸਨ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ, ਅਸੀਂ ਆਪਦੇ ਵੱਲੋਂ ਜਿੰਨੇ ਜੋਗੇ ਹੈਗੇ ਆ ਉਹਨਾਂ ਵਿਰੋਧ ਦਰਜ ਕਰਾਵਾਂਗੇ। ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਧੰਨਵਾਦ। ਤਾਂ ਤੁਸੀਂ ਦੇਖਿਆ, ਤੁਹਾਨੂੰ ਦਿਖਾ ਦਿੰਦੇ ਆ ਕਿ ਫਰੀਦਕੋਟ ਦੇ ਬਸ਼ਿੰਦੇ ਇੱਥੇ ਆਏ ਹੋਏ ਆ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਹੁਣ ਇਸ ਦਾ ਵਿਰੋਧ ਜਤਾਉਣ ਆਏ ਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਦਰਖਤ ਹੀ ਨਾ ਬਚਿਆ, ਜੇਕਰ ਸਾਡੇ ਦਰਖਤ ਹੀ ਨਾ ਬਚੇ ਤਾਂ ਅਸੀਂ ਇੱਥੇ ਕਿਵੇਂ ਰਵਾਂਗੇ। ਤਾਂ ਉਹਨਾਂ ਇਹ ਵੀ ਦੱਸਿਆ ਕਿ ਇਲਜ਼ਾਮ ਲਗਾਇਆ ਗੁਰਦਿੱਤ ਸਿੰਘ ਸੇਖੋਂ ਨੇ ਕਿ ਜਿਹੜਾ MLA ਨੇ ਫਰੀਦਕੋਟ ਦੇ ਕੁਸ਼ਲਦੀਪ ਸਿੰਘ ਟਿੱਕੀ ਢਿੱਲੋਂ, ਉਹਨਾਂ ਦਾ ਘਰ ਇੱਥੋਂ 1 ਕਿਲੋਮੀਟਰ ਦੀ ਦੂਰੀ ਤੇ ਹੈ। ਉਹਨਾਂ ਨੂੰ ਇੱਥੋਂ 1 ਕਿਲੋਮੀਟਰ ਦੀ ਦੂਰੀ ਤੇ ਇਹ ਹੁੰਦੀ ਤਬਾਹੀ ਨਜ਼ਰ ਨਹੀਂ ਆਈ। ਇਹ ਕਿਵੇਂ ਹੋ ਸਕਦਾ ਹੈ ਕਿ 2000 ਦੇ ਕਰੀਬ ਦਰਖਤਾਂ ਦਾ ਸੌਦਾ ਹੋਇਆ ਹੋਵੇ 67 ਲੱਖ ਦੇ ਵਿੱਚ, ਤੇ ਮੌਕੇ ਦੇ MLA ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ। ਇਹ ਸਵਾਲ ਹੈ ਇੱਕ ਕਿ ਮੌਕੇ ਦੇ MLA ਨੂੰ ਕਿਉਂ ਨਹੀਂ ਪਤਾ ਕਿ ਤੇਰੇ ਸ਼ਹਿਰ ਦੇ ਵਿੱਚ ਕੀ ਸੌਦੇ ਹੋ ਰਹੇ ਹੈ, ਕਿਵੇਂ ਸਰਕਾਰੀ ਦਰਖਤਾਂ ਨੂੰ ਵੇਚਿਆ ਜਾ ਰਿਹਾ ਹੈ। 3 ਮਹੀਨੇ ਦੇ ਕਰੀਬ ਹੋ ਗਏ ਆ ਲਗਾਤਾਰ ਜਿਹੜਾ ਕੁਹਾੜਾ ਚੱਲ ਰਿਹਾ ਹੈ। ਅੱਜ ਇਹ ਕੁਹਾੜਾ ਜਦੋਂ ਬਾਹਰ ਪਹੁੰਚਿਆ, ਬਾਹਰ ਦੇਖਿਆ ਲੋਕਾਂ ਨੇ, ਤਾਂ ਲੋਕ ਇਕੱਠੇ ਹੋ ਗਏ। ਤਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ ਕਰੋਨਾ ਮਹਾਮਾਰੀ ਸਾਨੂੰ ਤਬਾਹ ਕਰ ਰਹੀ ਹੈ, ਸਾਡੇ ਆਕਸੀਜਨ ਖਤਮ ਹੋ ਰਹੀ ਹੈ, ਸਾਨੂੰ ਆਕਸੀਜਨ ਦੀ ਬੜੀ ਲੋੜ ਹੈ। ਤੇ ਦੂਜੇ ਪਾਸੇ ਜਿਨ੍ਹਾਂ ਨੇ ਆਕਸੀਜਨ ਪੈਦਾ ਕਰਨੀ ਹੈ, ਜਿਨ੍ਹਾਂ ਦਰਖਤਾਂ ਦੀ ਬਦੌਲਤ ਅਸੀਂ ਜ਼ਿੰਦਗੀ ਜਿਉਣੇ ਆ, ਜਿਹੜੇ ਦਰਖਤ ਬਿਨਾਂ ਕੁਝ ਲਏ ਸਾਨੂੰ ਅਰਬਾਂ ਰੁਪਈਆਂ ਦੀ ਆਕਸੀਜਨ ਮੁਫਤ ਦੇ ਵਿੱਚ ਦਿੰਦੇ ਆ, ਉਹਨਾਂ ਦੇ ਉੱਤੇ ਕੁਹਾੜਾ ਚੱਲ ਰਿਹਾ। ਸਰਕਾਰ ਦੀ ਦੋਹਰੀ ਨੀਤੀ ਕਿਉਂ? ਇੱਕ ਪਾਸੇ ਹਮਦਰਦੀ, ਦੂਜੇ ਪਾਸੇ ਤਬਾਹੀ, ਇਹ ਕਿਉਂ ਚਲਾ ਰਹੀ ਹੈ ਸਰਕਾਰ? ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਵਿਕਾਸ ਦੇ ਨਾਂ ਤੇ ਲਗਾਤਾਰ ਜੰਗਲਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਪਹਿਲਾਂ ਹੀ ਜੰਗਲਾਂ ਦਾ ਰਕਬਾ ਬਹੁਤ ਥੋੜਾ ਰਹਿ ਗਿਆ ਤੇ ਰਹਿੰਦੇ ਖੁੰਦੇ ਜੰਗਲਾਂ ਨੂੰ ਲਗਾਤਾਰ ਸਰਕਾਰ ਤਬਾਹ ਕਰ ਰਹੀ ਹੈ। ਸਰਕਾਰੀ ਜ਼ਮੀਨ ਹੈ, ਕਲੋਨੀਆਂ ਬਣਾਉਣ ਲਈ ਬੜੀਆਂ ਹੋਰ ਜ਼ਮੀਨਾਂ ਪਈਆਂ, ਬੜੀਆਂ ਬੰਜਰ ਜ਼ਮੀਨਾਂ ਪਈਆਂ, ਬੜਾ ਕੁਝ ਪਿਆ। ਇਹ ਜ਼ਮੀਨ ਬਿਨਾਂ ਵੀ ਸਰ ਸਕਦਾ ਸੀ, ਪਰ ਸਰਕਾਰ ਵੱਲੋਂ ਅਜਿਹੀਆਂ ਨੀਤੀਆਂ ਕਿਤੇ ਨਾ ਕਿਤੇ ਸਵਾਲ ਖੜੇ ਕਰਦੀਆਂ ਕਿ ਸਰਕਾਰਾਂ ਬੋਲਦੀਆਂ ਕੁਝ ਹੋਰ ਹੈ, ਕਰਦੀਆਂ ਕੁਝ ਹੋਰ ਹੈ। ਕਿਸ ਤਰੀਕੇ ਦੇ ਨਾਲ ਮਨੁੱਖਤਾ ਦਾ ਘਾਣ ਕਰਨ ਤੇ ਲੱਗੀਆਂ ਹੋਈਆਂ। ਕੈਮਰਾ ਪਰਸਨ ਜਸਵੀਰ ਮੱਤਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ TV, ਫਰੀਦਕੋਟ।